ਮੁਕਾਈ ਸੀ ਉੱਥੋਂ ਸ਼ੁਰੂ ਕਰਦੇ ਹਾਂ। ਜੇਕਰ ਸਾਨੂੰ ਰੱਬ ਦੀ ਸਰਵ ਵਿਆਪਕਤਾ ਵਾਲਾ ਕੌਨਸੈਪਟ ਸਮਝ ਆ ਗਿਆ ਤਾਂ ਫਿਰ ਸੇਵਾ ਵਾਲਾ ਵੀ ਆ ਜਾਏਗਾ। ਜੇ ਉਹ ਨਹੀਂ ਆਇਆ ਫਿਰ ਸੇਵਾ ਤੇ ਹੋਏਗੀ, ਸੇਵਾ ਅਸੀਂ ਕਰਾਂਗੇ, ਪਰ ਇਹਦੇ ਬਾਵਜੂਦ ਵੀ ਸਮਝੋ ਵੀ ਸੇਵਾ ਦਾ ਜੋ ਲਾਭ ਅਸੀਂ ਗੇਨ ਕਰਨਾ ਸੀ ਉਹ ਨਹੀਂ ਹੋਏਗਾ। ਅੱਜ ਅਸੀਂ ਜਦੋਂ ਆਪਣੀ ਕਮਿਊਨਿਟੀ ਨੂੰ ਵੇਖਦੇ ਹਾਂ, ਵੀਰ ਜੀ ਨੇ ਜਿਵੇਂ ਉਹਨੇ ਤੁਹਾਡਾ ਸ਼ੇਅਰ ਕੀਤਾ, ਤੁਸੀਂ ਵੀ ਵੇਖਦੇ ਹੋਵੋਗੇ ਗੁਰਦੁਆਰਿਆਂ ਵਿੱਚ ਕਿ ਕੁਦਰਤਨ ਇਹ ਸਾਡੇ ਸਿੱਖਾਂ ਦੇ ਵਿੱਚ ਇਹ ਭਾਵਨਾ ਹੈ ਵੀ ਅਸੀਂ ਗੁਰੂ ਦੇ ਨਾਂ ਤੇ, ਗੁਰੂ ਘਰ ਦੇ ਨਾਂ ਤੇ ਤਨ ਮਨ ਧਨ ਦੀ ਅਥਾਹ ਸੇਵਾ ਕਰਨ ਲਈ ਤਿਆਰ ਹਾਂ ਤੇ ਕਰਦੇ। ਪਰ ਜਿਹੜੀ ਇੱਕ ਚੀਜ਼ ਸਾਡੇ ਚੋਂ ਮਨਫੀ ਹੋ ਗਈ ਨਾ, ਮਾਈਨਸ, ਉਹ ਇੰਗਲਿਸ਼ ਵਿੱਚ ਉਹਨੂੰ ਕਹਿੰਦੇ ਨੇ ਰਿਫਲੈਕਸ਼ਨ, ਕਿ ਅਸੀਂ ਵਿਚਾਰ ਵਾਲੀ ਜਿਹੜੀ ਗੱਲ ਸੀ ਨਾ ਉਹ ਛੱਡ ਦਿੱਤੀ। ਅਸੀਂ ਕੰਮ ਕਰ ਰਹੇ ਹਾਂ, ਪਾਠ ਵੀ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਸੇਵਾ ਕਰ ਰਹੇ ਹਾਂ, ਪਰ ਕਦੀ ਉਸ ਗੱਲ ਤੇ ਵਿਚਾਰ ਨਹੀਂ ਕਰ ਰਹੇ ਵੀ ਇਹਦਾ ਸਾਨੂੰ ਸਭ ਤੋਂ ਪਹਿਲਾਂ ਮੈਨੂੰ ਆਪਣੇ ਆਪ ਨੂੰ ਕੀ ਲਾਭ ਹੋ ਰਿਹਾ। ਤੇ ਲਾਭ ਹਮੇਸ਼ਾ, ਮੈਂ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ, ਮਾਨਸਿਕ ਮੈਂਟਲ ਲਾਭ ਹੋਣਾ ਹੈ ਕਿ ਮੇਰੇ ਸੇਵਾ ਚੋਂ ਕੀ ਗੇਨ ਕਰਨਾ ਸੀ। ਸੇਵਾ ਕਰਕੇ ਸਾਨੂੰ ਜਿਹੜੇ ਕਨਸੈਪਟਸ ਲੋਕਾਂ ਸਾਨੂੰ ਜਿਵੇਂ ਦੱਸਿਆ ਨਾ ਉਹ ਬੜੇ ਨਿਰਾਸ਼ਾਜਨਕ ਹੈ। ਉਹ ਉਹੀ ਨੇ ਜਿੱਥੋਂ ਗੁਰੂਆਂ ਨੇ ਸਾਨੂੰ ਕੱਢਿਆ। ਸਾਨੂੰ ਇਹ ਦੱਸਿਆ ਜਾਂਦਾ ਵੀ ਇਹ ਸੇਵਾ ਕਰਕੇ ਜਨਮ ਸਵਰ ਜਾਏਗਾ ਤੇ ਇਹਦਾ ਮਤਲਬ ਇਹ ਸਮਝਿਆ ਜਾਂਦਾ ਵੀ ਅਗਲੇ ਜਨਮ ਵਿੱਚ ਕੁਝ ਚੰਗਾ ਹੋ ਜਾਏਗਾ। ਪਰ ਇਹ ਗੱਲ ਗਲਤ ਹੈ, ਇਹ ਠੀਕ ਨਹੀਂ। ਇਹੋ ਹੀ ਕਾਰਨ ਹੈ ਕਿ ਅਸੀਂ ਵੇਖਦੇ ਹਾਂ ਇੱਕ ਪਾਠ ਕਰਨ ਵਾਲਾ, ਸੇਵਾ ਕਰਨ ਵਾਲਾ ਮਨੁੱਖ ਵੀ ਬੜਾ ਹੰਕਾਰੀ ਹੈ, ਬੜੀ ਈਗੋ ਹੈ ਉਹਦੇ, ਬੜੀ ਉਹਦੀ ਕਰੂਰਤਾ ਹੈ। ਸੇਵਾ ਦੇ ਨਾਮ ਤੇ ਅਸੀਂ ਝਗੜ ਪਾਵਾਂਗੇ ਇੱਕ ਦੂਜੇ ਦੇ ਨਾਲ, ਕਮਾਲ ਹੁੰਦਾ। ਇਹ ਕੀ ਹੈ? ਫਿਰ ਉਹਦਾ ਤੁਸੀਂ ਵੇਖੋਗੇ ਗੁਰਬਾਣੀ ਜਿਸ ਨੂੰ ਕਹਿੰਦੀ ਹੈ ਡੁਐਲਿਟੀ, ਦੁਵਿਧਾ, ਜਿਸ ਨੂੰ ਕਹਿੰਦੀ ਹੈ ਭੰਬਲ ਭੂਸਾ, ਜਿਹਨੂੰ ਕਹਿੰਦੀ ਹੈ ਇਗਨੋਰੈਂਸ, ਵੀ ਗੁਰਦੁਆਰੇ ਸੇਵਾ ਕਰ ਲਈ ਤਾਂ ਅਸੀਂ ਇੱਕ ਦੂਸਰੇ ਨਾਲ ਲੜ ਵੀ ਸਕਦੇ, ਉੱਥੇ ਜ਼ਬਰਦਸਤੀ ਅਸੀਂ ਜਲ ਛਕਾ ਸਕਦੇ ਹਾਂ, ਪ੍ਰਸ਼ਾਦਾ ਛਕਾ ਸਕਦੇ ਹਾਂ। ਪਰ ਜੇ ਉਹੋ ਹੀ ਹਾਲਾਤ ਸਾਡੇ ਆਪਣੇ ਘਰ ਵਿੱਚ ਹੀ ਹੋਵੇ, ਬਾਹਰ ਕਿਤੇ ਛੱਡੋ, ਤੇ ਅਸੀਂ ਉੱਥੇ ਫੇਰ ਹੋ ਜਾਈਏ। ਉਹੋ ਹੀ ਪਾਣੀ ਦਾ ਗਲਾਸ ਤੇ ਸਾਡੇ ਘਰ ਵਿੱਚ ਕੋਈ ਸਾਡਾ ਬਜ਼ੁਰਗ ਮੰਗ ਲਵੇ, ਸਾਡੇ ਕੋਲ ਟਾਈਮ ਨਹੀਂ। ਪਰ ਇਹ ਗੁਰਬਾਣੀ ਧਰਮ ਇਹਨੂੰ ਕਿਵੇਂ ਐਕਸੈਪਟ ਨਹੀਂ ਕਰਦਾ? ਕਹਿੰਦਾ ਇਹ ਕੰਪਲੀਟ ਇਗਨੋਰੈਂਸ ਹੈ। ਇਹ ਤੇ ਕੰਪਲੀਟ, ਇਹ ਤੇ ਬੰਦਾ ਏਦਾਂ ਹੈ ਕਿ ਉਹ ਜਿਉਂਦੀਆਂ ਚੀਜ਼ਾਂ ਨੂੰ ਛੱਡ ਕੇ ਤੇ ਨਿਰਜੀਵ ਚੀਜ਼ਾਂ ਨੂੰ ਪੂਜ ਰਿਹਾ। ਗੁਰਬਾਣੀ ਚਾਹੁੰਦਾ ਉਹ ਹੀ ਸਰਜੀਵ ਨੂੰ ਛੱਡ ਕੇ ਤੇ ਨਿਰਜੀਵ ਨੂੰ ਪੂਜ ਰਿਹਾ। ਵੀ ਆਫਟਰ ਆਲ ਬਿਲਡਿੰਗ ਜਿਹੜੀ ਹੈ ਉਹ ਗੁਰਦੁਆਰਾ ਜਾਂ ਧਰਮ ਸਥਾਨ ਉਦੋਂ ਹੀ ਬਣਦੀ ਹੈ ਜਦੋਂ ਉਹਦੇ ਚੋਂ ਧਰਮ ਪ੍ਰਕਾਸ਼ਿਤ ਹੋਵੇ। ਧਰਮ ਦੀ ਉੱਥੇ ਗੱਲ ਹੋ ਰਹੀ ਹੈ, ਉਹ ਧਰਮ ਲੋਕਾਂ ਵਿੱਚ ਜਾ ਰਿਹਾ ਹੈ ਤੇ ਉਹ ਸਥਾਨ ਪਵਿੱਤਰ ਮੰਨਿਆ ਜਾਂਦਾ, ਉਹ ਸਥਾਨ ਜਿਹੜਾ ਸੁਚੱਜਾ ਮੰਨਿਆ ਜਾਂਦਾ। ਇਵੇਂ ਹੀ ਹੈ ਵੀ ਜਿਵੇਂ ਇੱਕ ਸਕੂਲ ਹੈ, ਪਰ ਜੇ ਸਕੂਲ ਦਾ ਆਊਟਪੁੱਟ ਜ਼ੀਰੋ ਹੋਵੇ, ਸਕੂਲ ਵਿੱਚੋਂ ਜਿਹੜੇ ਬੱਚੇ ਪੜ੍ਹ ਕੇ ਨਿਕਲਣ ਉਹ ਬੜੇ ਲੜਾਕੇ ਹੋਣ, ਉਹ ਇੱਕ ਦੂਜੇ ਦੇ ਨਾਲ ਝਗੜਾ ਕਰਨ ਸੰਸਾਰ ਵਿੱਚ, ਤਾਂ ਲੋਕ ਕਹਿਣਗੇ ਵੀ ਇਹ ਤਾਂ ਸਕੂਲ ਬੜਾ ਬੇਕਾਰ ਹੈ। ਕਿਸੇ ਸਕੂਲ ਦੀ, ਕਿਸੇ ਇੰਸਟੀਟਿਊਸ਼ਨ ਦੀ ਚੰਗਿਆਈ ਇਸ ਵਿੱਚ ਹੀ ਹੈ ਵੀ ਉਹਦਾ ਜੋ ਪ੍ਰੋਡਕਟ ਬਾਹਰ ਆ ਰਿਹਾ ਉਹ ਕਿਵੇਂ ਜਿਹਾ। ਤੇ ਸਾਡਾ ਅਸੀਂ ਵੇਖਦੇ ਹਾਂ ਵੀ ਸੱਚੀ ਮੁੱਚੀ ਸਾਡੇ ਵਿੱਚ, ਮੈਂ ਇਸ ਗੱਲ ਨੂੰ ਸਹਿਮਤ ਹਾਂ ਵੀ ਸਾਡੇ ਸਿੱਖਾਂ ਦੇ ਵਿੱਚ ਤਨ ਮਨ ਧਨ ਨਾਲ ਸੇਵਾ ਕਰਨ ਲਈ, ਅਰਪਣ ਕਰਨ ਲਈ ਇੰਤਹਾ ਪਿਆਰ ਹੈ ਸਾਡੇ। ਇੰਨਾ ਹੈ ਵੀ ਸਮਝੋ ਉਹਨੂੰ ਇਹ ਜੇ ਕਹਿ ਲਓ ਵੀ ਲੋੜ ਤੋਂ ਵੱਧ ਹੋਈ, ਪਰ ਉਹਦਾ ਸੱਚੀ ਯਕੀਨ ਮੰਨਿਓ, ਤੁਸੀਂ ਖੁਦ ਵਿਚਾਰ ਕਰਕੇ ਵੇਖਿਓ, ਉਹਦਾ ਆਊਟਪੁੱਟ ਨਹੀਂ ਨਿਕਲ ਰਿਹਾ। ਕਮਿਊਨਿਟੀ ਲੈਵਲ ਤੇ ਵੀ ਅਸੀਂ ਫੇਲ ਹੋ ਰਹੇ ਹਾਂ। ਜਦੋਂ ਹਿਸਟਰੀ ਨੂੰ ਅਸੀਂ ਵਾਚਦੇ ਦੇਖਦੇ ਹਾਂ ਵੀ ਹਿਸਟਰੀ ਵਿੱਚ ਪਿੱਛੇ ਕੀ ਸੀ, ਗੁਰੂ ਸਾਹਿਬਾਨ ਦਾ ਪੀਰੀਅਡ ਖਾਸ ਕਰਕੇ ਗੋਲਡਨ ਪੀਰੀਅਡ ਹੈ ਸਾਡੇ, ਉਹਨੂੰ ਵੇਖੋ, ਉੱਥੇ ਇੰਜ ਨਜ਼ਰ ਨਹੀਂ ਆਉਂਦਾ। ਉੱਥੇ ਕਿਤੇ ਨਜ਼ਰ ਨਹੀਂ ਇਸ ਤਰ੍ਹਾਂ ਆਉਂਦਾ ਵੀ ਇੱਕ ਸਿੱਖ ਜਿਹੜਾ ਉਹਦੇ ਕੋਲ ਇੰਤਹਾ ਪੈਸਾ ਹੋਵੇ ਤੇ ਇੱਕ ਬੰਦੇ ਸਿੱਖ ਭੁੱਖਾ ਹੋਵੇ ਤੇ ਉਹ ਉਹਦੀ ਹੈਲਪ ਨਾ ਕਰੇ, ਕਦੀ ਨਹੀਂ ਸੀ ਹੁੰਦਾ। ਕਿਉਂਕਿ ਗੁਰੂਆਂ ਨੇ ਜੋ ਸਾਨੂੰ ਦੱਸਿਆ ਸੀ ਨਾ, ਉਹ ਕਨਸੈਪਟ ਸਾਡੇ ਕੋਲ ਗਵਾਚ ਗਏ। ਅੱਜ ਸੇਵਾ ਵੀ ਨਿਰੀਪੁਰੀ ਇੱਕ ਕਰਮ ਕਾਂਡ ਬਣ ਕੇ ਰਹੀ। ਅਸੀਂ ਇਹ ਸਮਝ ਲਿਆ ਵੀ ਇਹ ਕੰਮ ਕਰਨ ਵਿੱਚ ਹੀ ਸੇਵਾ ਹੈ ਬਸ। ਸਪੋਜ਼ ਭਾਂਡੇ ਮਾਂਜਣੇ ਆ ਨਾ, ਭਾਂਡੇ ਮਾਂਜਣ ਦੇ ਇੱਕ ਕਰਮ ਨੂੰ ਅਸੀਂ ਸੇਵਾ ਮੰਨ ਲਿਆ, ਅਸੀਂ ਕਰੀ ਜਾ ਰਹੇ ਤੇ ਸੋਚ ਹੀ ਰਹੇ ਆ ਵੀ ਗਾਂ ਕਿਤੇ ਜਾ ਕੇ ਅਗਲੇ ਜਨਮ ਵਿੱਚ ਜਾਂ ਕਈ ਸਾਲਾਂ ਬਾਅਦ ਸਾਨੂੰ ਇਹਦਾ ਕੋਈ ਪ੍ਰੋਫਿਟ, which is not true। ਸੱਚ ਇਹ ਹੈ, ਧਰਮ ਇਹ ਦੱਸਦਾ ਹੈ ਵੀ ਸੇਵਾ ਕਰਨ ਲੱਗਿਆ ਜਦੋਂ ਮਨ 'ਚ ਭਾਵ ਆਇਆ ਨਾ ਸੇਵਾ ਦਾ, ਸੱਚੀ ਪੁੱਛੋ ਤੇ ਉਹਦਾ ਫਲ ਉਦੋਂ ਮਿਲ ਜਾਂਦਾ। ਸੇਵਾ ਕਰਦਿਆਂ ਹੀ ਉਹਦਾ ਫਲ ਤੁਹਾਨੂੰ ਆਉਣਾ ਚਾਹੀਦਾ, ਮਿਲਣਾ ਚਾਹੀਦਾ। ਜੇ ਨਹੀਂ ਮਿਲਿਆ ਤਾਂ ਮੁੜ ਕੇ ਫਿਰ ਕਦੀ ਨਹੀਂ ਮਿਲਣਾ, ਫਿਰ ਨਹੀਂ ਮਿਲਣਾ, ਉਦੋਂ ਹੀ ਮਿਲਣਾ ਚਾਹੀਦਾ। ਕਿਉਂਕਿ ਸੇਵਾ ਜਿਹੜਾ ਇੱਕ ਕਨਸੈਪਟ ਹੀ ਨਹੀਂ, ਇਸਨੇ ਇੱਕ ਭਾਵ। ਸੇਵਾ ਦਾ ਮਤਲਬ ਹੀ ਕੀ ਹੁੰਦਾ? ਇੰਗਲਿਸ਼ ਵਿੱਚ ਕੀ ਆਨੇ ਆਪਾਂ, ਸੇਵਾ ਮੀਨਸ
Service. The service means to serve. Serve to whom? और सवाल है serve to whom? Serve to buildings? Serve to table and chairs? Serve to floor? Answer no. इदी की serve होनी? Serve to whom? So ਇਹਦਾ best answer, best ਤੋਂ best ਕਿਉਂਕਿ ਗੁਰਬਾਣੀ ਚੰਗੇ ਤੋਂ ਚੰਗਾ ਆਉਂਦਾ ਸਾਨੂੰ ਆਨਸਰ ਇਹ ਹੋ ਸਕਦਾ serve God, serve the Guru. So ਭਗਤ ਕਬੀਰ ਜੀ ਦੀ ਬੜੀ ਪਿਆਰੀ ਪੰਕਤੀ ਉਹ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ। ਕਿਉਂ ਜੀ ਇਸ ਤਰ੍ਹਾਂ ਕਿਉਂ ਆਂਦੇ ਹੋ? ਉਹ ਕਹਿੰਦੇ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਇਹ ਸੰਤ ਕਿਸੇ ਬੰਦੇ ਲਈ ਨਹੀਂ ਕਿ ਸੰਤ ਉਹ ਗੁਰੂ ਦੇ ਕਨਸੈਪਟ ਨੂੰ ਲਿਆ। ਇਹਨੂੰ ਸਿੰਪਲ ਤਰੀਕੇ ਨਾਲ ਸਮਝਣ ਲਈ ਵੀ ਗੁਰਬਾਣੀ ਕਹਿੰਦੀ ਹੈ ਵੀ ਦੋ ਹੀ ਚੀਜ਼ਾਂ ਨੇ ਅਸਲ ਵਿੱਚ ਜਿਹਨਾਂ ਦੀ ਸੇਵਾ ਦਾ ਮਨੁੱਖ ਨੂੰ ਲਾਭ ਹੋ ਸਕਦਾ। ਉਹ ਇੱਕ ਹੈ ਗੁਰੂ ਜਿਹਨੂੰ ਸੰਤ ਲਿਖਿਆ ਤੇ ਇੱਕ ਹੈ ਰੱਬ। ਪਰ ਇੱਥੇ ਸਮਝਣ ਵਾਲੀ ਗੱਲ ਹੈ ਖਾਸ ਕਰਕੇ ਆਪਾਂ ਨੂੰ ਜਾਣਦੇ ਤੇ ਹਾਂ ਪਰ ਉਹਨੂੰ ਜਦੋਂ ਅਸੀਂ ਐਪਲੀਕੇਸ਼ਨ ਵਿੱਚ ਲਿਆਉਂਦੇ ਸ਼ਾਇਦ ਅਸੀਂ ਉਹਨੂੰ ਭੁੱਲ ਜਾਂਦੇ ਹਾਂ ਜਾਂ ਨੰਬਰ 1 ਆਪਾਂ ਡਿਸਕਸ ਕਰੀਏ ਕਿ ਸੇਵਾ ਉਹਨਾਂ ਕਿਹਾ ਵੀ ਗੁਰੂ ਦੀ ਸੇਵਾ ਕੀ ਸਕਾਰਤ। ਹੁਣ ਸਿੱਖਾਂ ਦਾ ਗੁਰੂ ਕੌਣ ਹੈ? ਸਾਡਾ ਗੁਰੂ ਕੌਣ ਹੈ? कोई एक गुरुद्वारा, कोई एक बिल्डिंग, कोई एक स्थान नहीं। गुरबाणी कहती नहीं साडा गुरु है शब्द। ते हुण असीं जिहड़ी सेवा करदे उहदे विच शब्द किते आउंदा? तुसीं वेखोगे ਉਹ निरी पुरी एक कर्मकांडी सेवा बन के रह गई। ਅਸੀਂ कर रहे जोर शोर ना कर रहे हैं, कई बार डबल कर रहे हैं। एक जथा ਉਹਨੇ करके गया दूजा आ के आंदा जी नो प्रॉब्लम ਅਸੀਂ नहीं ठीक करांगे, वो भी करके चले जाओ। साडा गुरु है शब्द। ਤੇ ਸ਼ਬਦ ਦੇ ਗੁਰਬਾਣੀ ਨੇ ਦੋ ਪਹਿਲੂ ਸਾਨੂੰ ਦੱਸੇ ਨੇ, 2 ਐਸਪੈਕਟਸ। 1 ਇਜ਼ ਸਪਿਰਚੁਅਲ ਐਸਪੈਕਟ, ਉਹ ਹੈ ਬਾਣੀ ਸ਼ਬਦ। ਇਹਦਾ ਮਤਲਬ ਵੀ ਜਦੋਂ ਤੁਸੀਂ ਬਾਣੀ ਪੜ੍ਹੋਗੇ, ਬਾਣੀ ਨੂੰ ਸਮਝੋਗੇ, ਬਾਣੀ ਦੇ ਮੀਨਿੰਗ ਵੇਖੋਗੇ, ਗੁਰੂ ਸਾਹਿਬ ਕਹਿੰਦੇ ਇਹ ਤੋਂ ਉੱਤਮ ਹੋਰ ਕੋਈ ਸੇਵਾ ਨਹੀਂ ਹੈ। ਬਾਣੀ 'ਚ ਲਿਖਿਆ ਹੋਇਆ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ। क्यों जी ये क्यों कहते हो तुसीं? क्योंकि इस सेवा नाल तुसीं अपने हौमे मार लोगे ते यह सब तो उत्तम करनी है, जिंदगी सफल हो जाएगी। हुण यह शब्द गुरु इस करके सिखां ने कढ़ता भी बाणी पढ़नी जिहड़ी है ये इंज होनी चाहिए भी मैं गुरु नूं हाज़र नाज़र जान के उन्हां दी सेवा विच हाज़र है। ਅਸੀਂ ਸੁਣਦੇ ਹਾਂ ਇਤਿਹਾਸ ਵਿੱਚ ਵੀ ਆਉਂਦਾ, ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਸਿੱਖ ਇੰਜ ਪਾਠ ਕਰਦੇ ਸੀ ਕਿ ਜਿਵੇਂ ਗੁਰੂ ਸਾਹਿਬ ਆਪ ਹਾਜ਼ਰ ਨੇ ਉਹਨਾਂ ਦੇ ਲਾਗੇ ਪਿੱਛੇ ਹੋਏ ਇੰਜ ਪਾਠ ਕਰਦੇ ਸੀ ਸਿੱਖ, ਉਹਨੂੰ ਪਾਠ ਆਉਂਦੇ ਸੀ। ਪਰ ਅੱਜ ਦਾ ਸਾਡਾ ਜਿਹੜਾ ਪਾਠ ਹੈ ਉਹ ਕਿਵੇਂ ਦਾ? ਗੁਰੂ ਨੂੰ ਤੇ ਅਸੀਂ ਕੀ ਹਾਜ਼ਰ ਮੰਨਣਾ, ਅਸੀਂ ਆਪ ਵੀ ਹਾਜ਼ਰ ਨਹੀਂ ਹੁੰਦੇ। ਇਹੋ ਹੀ ਹਾਲ ਸੇਵਾ ਦੇ ਵਿੱਚ ਇੱਕ ਹੀ ਐਸਪੈਕਟ ਹੈ ਗੁਰੂ ਦਾ ਸਪਿਰਚੁਅਲ ਵੀ, ਉੱਥੇ ਬਾਣੀ ਸ਼ਬਦ ਇਹ ਆਉਣਾ ਚਾਹੀਦਾ ਹੈ। ਹਰ ਸਿੱਖ ਨੂੰ ਬਾਣੀ ਦੀ ਸੋਝੀ, ਬਾਣੀ ਦੀ ਸਮਝ, ਬਾਣੀ ਦਾ ਪਾਠ, ਬਾਣੀ ਦੀ ਲਰਨਿੰਗ। ਕਿਸੇ ਨੂੰ ਤੁਸੀਂ ਵੇਖੋਗੇ ਹੁਣ ਕੰਪੇਅਰ ਕਰੋ ਜਰਾ, ਵੇਖੋ ਜੀ ਹੈ ਨਾ, ਅਸੀਂ ਮਤਲਬ ਕਿੱਥੇ ਖੜੇ ਆ ਤੇ ਦੂਸਰਾ ਪੱਖ ਕਿੱਥੇ ਖੜਿਆ। ਬਾਣੀ ਦੀ ਗੱਲ ਚੱਲ ਰਹੀ, ਪਾਠ ਕਰਨਾ ਤੇ ਫਿਰ ਪਾਠ ਸਿਖਾਉਣਾ ਵੀ ਇੱਕ ਅਤੀ ਉੱਤਮ ਸੇਵਾ ਮੰਨੀ ਗਈ। ਪੰਜਾਬੀ ਜਾਂ ਗੁਰਮੁਖੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ, ਇਹ ਆਪ ਸਿੱਖਣੀ ਤੇ ਸਿਖਾਉਣੀ, ਇਦੋਂ ਵੱਧ ਬਾਣੀ ਕਹਿੰਦੀ ਵੀ ਇਦੋਂ ਉੱਤੇ ਹੋਰ ਕੋਈ ਸੇਵਾ ਨਹੀਂ। ਕਮਾਲ ਦੀ ਬਾਤ। ਇਹ ਸੰਸਾਰ ਅੱਜ ਸਮਝ ਰਿਹਾ ਵੀ ਐਜੂਕੇਸ਼ਨ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ, ਪਰ ਸਾਡੇ ਗੁਰੂ ਸਾਹਿਬਾਨ ਨੇ 500-600 ਸਾਲ ਪਹਿਲਾਂ ਹੀ ਦੱਸਿਆ। ਸ਼ਬਦ ਗੁਰੂ ਦਾ ਹੋਰ ਬ੍ਰੌਡਰ ਮੀਨਿੰਗ, ਸ਼ਬਦ ਦਾ ਮੀਨਿੰਗ ਹੀ ਹੁੰਦਾ ਨੌਲੇਜ, enlightenment, wisdom. It includes education, to educate people, to enlighten our minds. ਉੱਥੇ ਹੁਣ ਭਾਈ ਗੁਰਦਾਸ ਜੀ ਕੀ ਲਿਖਦੇ ਆ ਵੀ ਸੇਵਾ ਕਰਨੀ ਹੈ, ਇੱਕ ਬੰਨੇ ਇੱਕ ਗੁਰਦੁਆਰਾ ਬਣਾਉਣਾ ਹੈ, ਇੱਕ ਬੰਨੇ ਇੱਕ ਸਿੱਖ ਨੂੰ ਇੱਕ ਸ਼ਬਦ ਸਿਖਾਉਣਾ ਹੈ। ਕਿਹੜਾ ਕੰਮ ਕਰੋਗੇ? ਅਸੀਂ ਸਾਰੇ ਆਖਾਂਗੇ ਵੀ ਗੁਰਦੁਆਰਾ ਜ਼ਰੂਰੀ ਹੈ, ਇੱਕ ਸਿੱਖ ਨੂੰ ਸ਼ਬਦ ਸਿਖਾਇਆ ਕੀ ਹੋਣਾ। ਦੇਖੋ ਸਾਡੀ ਇਹ ਅਸੀਂ ਮੇਰਾ ਨਹੀਂ ਖਿਆਲ ਕੋਈ ਬੰਨੇ ਵੀ। ਫਿਰ ਉਹ ਕਹਿੰਦੇ ਚਲੋ 7 ਗੁਰਦੁਆਰੇ ਬਣਾਉਣੇ ਨੇ, ਇੱਕ ਬੰਨੇ ਇੱਕ ਸਿੱਖ ਨੂੰ ਇੱਕ ਸ਼ਬਦ ਸਿਖਾਉਣਾ। ਕਿਹੜਾ ਕੰਮ ਜ਼ਰੂਰੀ? ਅਸੀਂ ਫਿਰ ਕਹਾਂਗੇ ਵੀ 7 ਗੁਰਦੁਆਰੇ ਬਣਾਉਣੇ ਜ਼ਿਆਦਾ ਜ਼ਰੂਰੀ ਹੋ ਗਏ। ਫਿਰ ਉਹ ਕਹਿੰਦੇ 7 ਗੁਰਦੁਆਰੇ ਸੀਮੈਂਟ ਦੇ ਨਹੀਂ ਬਣਾਉਣੇ, ਸੋਨੇ ਦੇ ਬਣਾਉਣੇ। ਫਿਰ ਤੇ ਇਹ ਕਹਾਂਗੇ ਜੀ ਫਿਰ ਤੇ ਇਹ ਬਹੁਤ ਜ਼ਰੂਰੀ ਕੰਮ ਹੈ। ਫਿਰ ਉਹ ਕੀ ਕਹਿੰਦੇ? ਇੱਥੋਂ ਸਾਡੇ ਕਨਸੈਪਟ ਦਾ ਪਤਾ ਲੱਗਦਾ ਵੀ ਸਾਡੀ ਗੁਰੂਆਂ ਦੀ ਆਈਡੀਓਲੋਜੀ ਕੀ ਸੀ। ਸਾਡੇ ਗੁਰੂ ਸਾਹਿਬਾਨ ਨੇ ਜੋ ਸਾਨੂੰ ਗਾਈਡੈਂਸ ਦਿੱਤੀ ਆ ਉਹ ਕੀ ਸੀ ਤੇ ਅਸੀਂ ਕਿੱਥੇ। ਉਹ ਕਹਿੰਦੇ ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਕੰਚਨ ਕਹਿੰਦੇ ਸੋਨੇ, ਜਿਵੇਂ ਕਿਤੇ ਕੋਈ 7 ਸੋਨੇ ਦੇ ਮੰਦਰ ਬਣਾ ਦੇਵੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ। ਇਹ ਸਾਡਾ ਸਿੱਖਾਂ ਦਾ ਗੁਰੂਆਂ ਦਾ ਦਿੱਤਾ ਇਹ ਕਨਸੈਪਟ। ਉਹ ਜਿਉਂ-ਜਿਉਂ ਦੂਰ ਹੋ ਗਿਆ ਤਾਂ ਅਸੀਂ ਵੇਖਦੇ ਹਾਂ ਵੀ ਸਿੱਖ ਜਿਹੜੇ ਕਹਿੰਦੇ ਸੀ ਕਿ ਗੁਰਮੁਖੀ ਸਾਡੇ ਗੁਰੂਆਂ ਦੇ ਮੂੰਹ ਚੋਂ ਨਿਕਲੀ ਹੋਈ ਅਲਫਾਬੈਟਸ ਨੇ,
लिपि है वो आप अज वो गुरमुखी छड़ गए ने, अज वो आप उस भाषा तो दूर हो गए ने। ਜਿਹੜੇ ਸਿੱਖ ਕਹਿੰਦੇ ਸੀ ਕਿ ਬਾਣੀ ਗੁਰੂ ਸਾਹਿਬਾਨ ਨੇ ਸਾਨੂੰ ਸਾਡੇ ਸਿੰਪਲ ਸਾਦੇ ਲਫ਼ਜ਼ਾਂ ਵਿੱਚ ਲਿਖ ਕੇ ਦਿੱਤੀ ਹੈ ਤਾਂ ਕਿ ਆਮ ਲੋਕ ਇਹ ਰੱਬ ਨਾਲ ਜੁੜ ਸਕਣ, ਉਹ ਸਿੱਖ ਆਪ ਅੱਜ ਉਸ ਬਾਣੀ ਤੋਂ ਦੂਰ ਹੋ ਗਏ। ਕਿਉਂਕਿ ਇਹ ਜੋ ਕਨਸੈਪਟ ਸੀ ਨਾ ਕਿ ਕਿਸੇ ਨੂੰ ਲਿਪੀ ਭਾਸ਼ਾ ਸਿਖਾਉਣੀ, ਗੁਰਮੁਖੀ ਸਿਖਾਉਣੀ, ਬਾਣੀ ਸਿਖਾਉਣੀ ਜਾਂ ਆਪ ਸਿੱਖਣੀ, ਇਹ ਬੜੀ ਉੱਤਮ, ਸਭ ਤੋਂ ਉੱਤਮ ਸੇਵਾ ਗੁਰੂ ਸਾਹਿਬ ਨੇ ਮੰਨੀ ਵੀ ਇਹ ਤੋਂ ਉੱਤਮ ਹੋਰ ਕੋਈ ਸੇਵਾ। ਦੂਜਾ ਪੱਖ ਆਉਂਦਾ ਵੀ ਗੁਰੂ ਦਾ ਇਹ ਸਪਿਰਿਚੁਅਲ ਐਸਪੈਕਟ, दूजा है गुरु का शरीरक एस्पैक्ट, आप ले लो फिजिकल एस्पैक्ट। उत्थे भी असीं फिर गलती पे हैं। गुरु कित्थे है? इसका जवाब यह होएगा भी गुरु गुरु ग्रंथ साहब के रूप में गुरुद्वारे में है, साडे घर नहीं ना, और किते बाहर नहीं। इत्थे गुरु है कि नहीं? दसो जी कित्थे है? नहीं, गुरु नूं इस तरह आपां कही गुरु सर्वव्यापक नहीं, गुरबाणी ने लिखिया, गुरु बारे लिखिया गुरु जिथे उहदे सिख हाज़र ने उत्थे गुरु हाज़र। उत्थे लिखिया गुर सतगुर अंदर गुर सिखां अंदर सतगुर वरतै। गुरु जिथे उहदे सिख हाज़र ने उत्थे गुरु हाज़र है, जिथे उहदा सिख है उत्थे गुरु है। ये हुण तुसीं ना, मैं अपने वालों नहीं गल कह रहा, तुसीं सारी हिस्टोरिकल सारी हिस्टरी दसां गुरु साहिबान दे वेले दी पढ़ लो। एक सिख दूसरे सिख नूं किवें ट्रीट करदा है, किवें वेखदा है, वो इंज समझदा है कि मैनूं अज गुरु दे दर्शन हो गए। वो इंज समझदा मैं सिख नूं नहीं मिल रहा, मैं अपने गुरु दे सिख नूं मिल रहा। ਇਹਦੀ सेवा, ਇਹਦੀ हेल्प, ਇਹਦੇ ਨਾਲ बोल बचन जो भी मैं करांगा वो गुरु नूं खुशी देवेगा। वो इस तरह डील करना। कमाल हो जाती है कि सिख नूं सिख वेख के कहंदे सी उन्हें खुशी चढ़ जाती है। वो इन्ना खुश हुंदा सी कि मैनूं गुरु मिल गया जी है, क्योंकि गुरुआं ने यह पाठ पढ़ाया सी। असीं अपने सिखां विच हाज़र हुंदे आ। जे तुसीं किसी मेरे सिख नूं जल छकाओगे तां ओह इंज है भी वो मैनूं जल छकाया गया। एक नहीं सैकड़े साखियां ने। एक तुहाडे नाल शेयर करन दा मुल्क लवां। दसम पातशाह हजूर दे वेले दी एक साखी है, सिख सी गुरु दा ते कारो प्रोफैशन सी उहदा हकीम दा, डॉक्टर वाला। घर विच उहदे मरीज आउंदे जांदे सी, लाइन लगी रहिंदी, उहने उन्हां नूं देखना, पर बहुत ही खूबसूरती नाल, गुरमुखता नाल ओह इंज ट्रीट करदा सी भी ये लोक नहीं, ये रब दे रूप ने, इंज ट्रीट करदा सी। ते इस रुझेवें कारण वो दसम पातशाह हजूर दे बड़ा चिर हो गया, कई महीने निकल गए, दर्शन नहीं कर सके। मन विच बड़ा चाह कि मैं नहीं किते जावां आनंदपुर साहब ते दीदार करा सतगुरां दे, उत्थे जाके वेखां संगत हाज़री भरां, पर हुण इधर छड्ड के किवें जाए। मन विच बड़ी इस तरह की उहदी लालसा रहनी ते उहने जिहड़ा भी सिख उहनूं मिलना, उहने सुनाह करना गुरु साहब नूं भी गुरु साहब नूं किहो कदी इस पासे आउण ते दर्शन देण। की होया जी, अखीर दसम पातशाह हजूर आ गए, घोड़े ते सवार ने, उहदे दरवाजे ते आके दस्तक दित्ती। हकीम साहब तुसीं याद करदे सो, मैं हाज़र हो गया। भज्जा गया बाहर नूं दरवाजे वाल नूं, इन्ने चिर नूं जाके ते फतेह बुलाई है। दो चार आदमी रोंदे कुरलांदे आ गए ने, हाथ में एक बच्चे ने चुकिया है, बच्चा बीमार बहुत ज़्यादा। वो कहते रहे हकीम साहब तुसीं बचा सकते जी, बचा लो, नहीं कि साडा इको एक बच्चा है। हकीम साहब ने गुरु साहब नूं मिले सी, फतेह बुलाई सी, वापस घर चले गए ने, बच्चे का ट्रीटमेंट शुरू करता। लगभग घंटा 2 घंटे लग गए होणगे। उतों वेला होया, भुल गया वो भी गुरु साहब बाहर खड़े ने, इन्हां भी नहीं कहा भी अंदर आ जाओ, ये भी नहीं कहा जी जल छक लो, उहदे च मस्त हो गया। 2 घंटे बाद उतों फ्री होके ते मन च ख्याल आया भी है गुरु साहब आए सी मेरे दर ते, मेरे घर मेरे दरवाजे ते। भजा गया बाहर, सोचो जरा की होएगा। गुरु साहब हैंड के चले गए, गुरु साहब खड़े। वो हकीम अपने आप में बड़ा शर्मशार है भी सतगुरु मैनूं माफ करे, मैं तुहानूं इन्हां भी नहीं किया, जल भी नहीं छकाया, अंदर आउण भी नहीं किया। गुरु साहब ने पता की किया, वो कहते नहीं हकीम साहब सानूं जल की लोड़ नहीं सी, सानूं इस वक्त दवाई की लोड़ सी जिहड़ी तूं दे गया। सानूं उस बच्चे के रूप में दवाई की लोड़ सी जिहड़ी तूं उहनूं दित्ती है, जल की लोड़ नहीं। तो साडे गुरुआं ने इहो ਜਿਹੇ पूर्वे पाए ने ते इहो ਜਿਹੇ सिख एक नहीं, असीं मैं ते जिन्ने भी पढ़िया ना सब कुछ मैनूं इदां दे सिखां दे उच्च दर्शन हुंदे ने। इहो ਜਿਹੇ सिख ने गुरु अपना कारोबार अपना सब अपने को नहीं भी है ना, वो भी जाके सिखा देंगे।